11ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਆਪਾਂ ਪਾਠ ਨੰਬਰ 6 ਵਰਧਨ ਸ਼ਾਸਕ ਅਤੇ ਉਹਨਾਂ ਦਾ ਸਮਾਂ ਕਰ ਰਹੇ ਹਾਂ। ਅੱਜ ਆਪਾਂ ਇਸ ਪਾਠ ਦੇ ਅਗਲੇ ਜਿਹੜੇ ਕੁਝ ਮਹੱਤਵਪੂਰਨ ਪ੍ਰਸ਼ਨ ਪੜਾਂਗੇ। ਉਹਨਾਂ ਦੇ ਵਿੱਚ ਬੇਟੇ ਜਿਹੜੇ ਮਹੱਤਵਪੂਰਨ ਪ੍ਰਸ਼ਨਾਂ ਦੇ ਵਿੱਚ ਅਗਲਾ ਪ੍ਰਸ਼ਨ ਹੈ, ਹਿਊਨ ਸਾਂਗ ਦੇ ਵੇਰਵੇ ਨਾਲ ਭਾਰਤੀ ਜੀਵਨ ਉੱਤੇ ਕੀ ਪ੍ਰਕਾਸ਼ ਪੈਂਦਾ ਹੈ। ਤਾਂ ਹਿਊਨ ਸਾਂਗ ਬੇਟੇ ਆਪਾਂ ਪੜ੍ਹਿਆ ਹੈ ਕਿ ਉਹ ਇੱਕ ਚੀਨੀ ਯਾਤਰੀ ਸੀ ਔਰ ਉਹ ਹਰਸ਼ਵਰਧਨ ਦੇ ਸਮੇਂ ਵਿੱਚ ਭਾਰਤ ਵਿੱਚ ਆਇਆ ਸੀ। ਤਾਂ ਸੀਯੂਕੀ ਉਸ ਪੁਸਤਕ ਲਿਖੀ ਸੀ। ਇਸ ਦਾ ਜਿਹੜਾ ਇਤਿਹਾਸਕ ਸੰਕੇਤ ਆਪਾਂ ਕਿਵੇਂ ਪੜ੍ਹਾਂਗੇ। ਹਿਊਨ ਸੰਗ ਇੱਕ ਚੀਨੀ ਯਾਤਰੀ ਸੀ। ਉਹ ਬੋਧੀ ਤੀਰਥ ਸਥਾਨਾਂ ਦੀ ਯਾਤਰਾ ਕਰਨ ਅਤੇ ਬੋਧੀ ਸਾਹਿਤ ਦਾ ਅਧਿਐਨ ਕਰਨ ਲਈ ਭਾਰਤ ਵਿੱਚ ਆਇਆ ਸੀ। ਉਹ 8 ਸਾਲ ਤੱਕ ਅਰਸ਼ ਦੀ ਰਾਜਧਾਨੀ ਕਨੌਜ ਵਿੱਚ ਰਿਹਾ। ਉਸ ਨੇ ਸੀਯੂਕੀ ਨਾਮੀ ਪੁਸਤਕ ਵਿੱਚ ਆਪਣੇ ਭਾਰਤ ਯਾਤਰਾ ਦਾ ਵਰਣਨ ਕੀਤਾ ਹੈ। ਉਹ ਲਿਖਦਾ ਹੈ ਕਿ ਅਰਸ਼ ਬਹੁਤ ਮਿਹਨਤੀ, ਕਰਤੱਵ ਦਾ ਪਾਲਣ ਕਰਨ ਵਾਲਾ ਅਤੇ ਪ੍ਰਜਾ ਦਾ ਹਮਦਰਦ ਸ਼ਾਸਕ ਸੀ। ਉਸ ਸਮੇਂ ਦਾ ਸਮਾਜ 4 ਜਾਤੀਆਂ ਵਿੱਚ ਵੰਡਿਆ ਹੋਇਆ ਸੀ। ਸ਼ੂਦਰਾਂ ਨਾਲ ਬਹੁਤ ਨਫ਼ਰਤ ਕੀਤੀ ਜਾਂਦੀ ਸੀ। ਲੋਕਾਂ ਦਾ ਨੈਤਿਕ ਜੀਵਨ ਕਾਫੀ ਉੱਚਾ ਸੀ। ਲੋਕ ਚੋਰੀ ਕਰਨਾ, ਮਾਸ ਖਾਣਾ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨਾ ਬੁਰੀ ਗੱਲ ਸਮਝਦੇ ਸਨ। ਲੋਕਾਂ ਦੀ ਆਰਥਿਕ ਹਾਲਤ ਚੰਗੀ ਸੀ। ਦੇਸ਼ ਵਿੱਚ ਬ੍ਰਾਹਮਣ ਧਰਮ ਉੱਨਤੀ 'ਤੇ ਸੀ, ਪਰ ਬੁੱਧ ਧਰਮ ਵੀ ਘੱਟ ਲੋਕਪ੍ਰਿਯ ਨਹੀਂ ਸੀ। ਤਾਂ ਉਹ ਬੇਟੇ ਉਸ ਸਮੇਂ ਦੇ ਜਿਹੜੇ ਰਾਜਨੀਤਿਕ, ਸਮਾਜਿਕ, ਆਰਥਿਕ ਔਰ ਧਾਰਮਿਕ ਹਾਲਾਤਾਂ ਬਾਰੇ ਜਿਹੜਾ ਉਹ ਚਾਨਣਾ ਪਾਉਂਦਾ ਹੈ। ਤਾਂ ਹਰਸ਼ਵਰਧਨ ਦਾ ਚਰਿੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸੀ। ਹਰਸ਼ਵਰਧਨ ਇੱਕ ਮਹਾਨ ਚਰਿੱਤਰ ਦਾ ਮਾਲਕ ਸੀ। ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਸੀ। ਆਪਣੀ ਭੈਣ ਰਾਜਸ਼ਰੀ ਨੂੰ ਮੁਕਤ ਕਰਵਾਉਣ ਅਤੇ ਉਸ ਨੂੰ ਲੱਭਣ ਲਈ ਉਹ ਜੰਗਲ ਦੀ ਖਾਕ ਛਾਂਦਾ ਫਿਰਦਾ ਰਿਹਾ। ਉਹ ਇੱਕ ਸਫਲ ਜੇਤੂ ਅਤੇ ਇੱਕ ਕੁਸ਼ਲ ਪ੍ਰਸ਼ਾਸਕ ਸੀ। ਉਸ ਨੇ ਥਾਨੇਸ਼ਵਰ ਦੇ ਛੋਟੇ ਜਿਹੇ ਰਾਜ ਨੂੰ ਉੱਤਰ ਭਾਰਤ ਦੇ ਵਿਸ਼ਾਲ ਰਾਜ ਦਾ ਰੂਪ ਦਿੱਤਾ। ਉਹ ਪ੍ਰਜਾ ਦਾ ਹਮਦਰਦ ਅਤੇ ਕਰਤੱਵ ਦਾ ਪਾਲਣ ਕਰਨ ਵਾਲਾ ਸ਼ਾਸਕ ਸੀ। ਹਿਊਨ ਸਾਂਗ ਨੇ ਉਸ ਦੇ ਸ਼ਾਸਨ ਪ੍ਰਬੰਧ ਦੀ ਬਹੁਤ ਪ੍ਰਸ਼ੰਸਾ ਕੀਤੀ। ਉਸ ਦੇ ਅਧੀਨ ਪ੍ਰਜਾ ਸੁਖੀ ਅਤੇ ਸੰਪੰਨ ਸੀ। ਅਰਸ਼ ਧਰਮ ਦਾ ਪਾਲਣ ਕਰਨ ਵਾਲਾ ਅਤੇ ਸਹਿਣਸ਼ੀਲ ਵੀ ਸੀ। ਉਸ ਨੇ ਬੁੱਧ ਧਰਮ ਨੂੰ ਅਪਣਾਇਆ ਅਤੇ ਸੱਚੇ ਮਨ ਨਾਲ ਇਸ ਦੀ ਸੇਵਾ ਕੀਤੀ। ਉਸ ਨੇ ਦੂਸਰੇ ਧਰਮ ਨੂੰ ਬਰਾਬਰ ਆਦਰ ਕੀਤਾ। ਦਾਨਸ਼ੀਲਤਾ ਉਸ ਦਾ ਇੱਕ ਹੋਰ ਵੱਡਾ ਗੁਣ ਸੀ। ਉਹ ਇੰਨਾ ਦਾਨੀ ਸੀ ਕਿ ਪ੍ਰਯਾਗ ਦੀ ਇੱਕ ਸਭਾ ਵਿੱਚ ਉਸਨੇ ਆਪਣੇ ਕੱਪੜੇ ਵੀ ਦਾਨ ਕਰ ਦਿੱਤੇ ਸਨ ਅਤੇ ਆਪਣਾ ਤਨ ਢੱਕਣ ਲਈ ਉਸਨੇ ਆਪਣੀ ਭੈਣ ਕੋਲੋਂ ਇੱਕ ਕੱਪੜਾ ਲਿਆ ਸੀ। ਹਰਸ਼ ਆਪ ਇੱਕ ਉੱਚ ਕੋਟੀ ਦਾ ਵਿਦਵਾਨ ਸੀ ਅਤੇ ਉਸ ਦੀ ਕਲਾ ਅਤੇ ਵਿਦਿਆ ਨੂੰ ਵੀ ਸਰਪ੍ਰਸਤੀ ਦਿੱਤੀ। ਤਾਂ ਅਗਲਾ ਬੇਟੇ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਜਿਹੜਾ ਪੇਪਰ ਦੇ ਵਿੱਚ ਆਉਂਦਾ ਹੈ। ਹਰਸ਼ਕਾਲੀਨ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਦਾ ਵਰਣਨ ਕਰੋ। ਤਾਂ ਹਰਸ਼ਵਰਧਨ ਆਪ ਇੱਕ ਉੱਚ ਕੋਟੀ ਦਾ ਵਿਦਵਾਨ ਸੀ। ਇਸ ਲਈ ਉਸ ਦੇ ਸਮੇਂ ਵਿੱਚ ਸਿੱਖਿਆ ਦਾ ਬਹੁਤ ਪ੍ਰਸਾਰ ਹੋਇਆ। ਆਰੰਭਕ ਸਿੱਖਿਆ ਦੇ ਕੇਂਦਰ ਬ੍ਰਾਹਮਣਾਂ ਦੇ ਘਰ ਛੋਟੇ ਛੋਟੇ ਮੰਦਰ ਸਨ। ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਵਿਦਿਆਰਥੀਆਂ ਨੂੰ ਮੱਠਾਂ ਵਿੱਚ ਜਾਣਾ ਪੈਂਦਾ ਸੀ। ਉੱਚ ਸਿੱਖਿਆ ਦੇ ਲਈ ਦੇਸ਼ ਵਿੱਚ ਵਿਸ਼ਵ ਵਿਦਿਆਲੇ ਵੀ ਸਨ। ਤਕਸ਼ਿਲਾ ਦਾ ਵਿਸ਼ਵ ਵਿਦਿਆਲਿਆ ਚਿਕਿਤਸਾ ਵਿਗਿਆਨ ਅਤੇ ਗਇਆ ਦਾ ਵਿਸ਼ਵ ਵਿਦਿਆਲਿਆ ਧਰਮ ਸਿੱਖਿਆ ਦੇ ਲਈ ਪ੍ਰਸਿੱਧ ਸੀ। ਹਿਊਨ ਸਾਂਗ ਨੇ ਨਾਲੰਦਾ ਵਿਸ਼ਵ ਵਿਦਿਆਲਿਆ ਨੂੰ ਸਿੱਖਿਆ ਦਾ ਸਭ ਤੋਂ ਵੱਡਾ ਕੇਂਦਰ ਦੱਸਿਆ। ਇਹ ਪਟਨਾ ਤੋਂ 40 ਮੀਲ ਦੂਰ ਨਾਲੰਦਾ ਨਾਮੀ ਪਿੰਡ ਵਿੱਚ ਸਥਿਤ ਸੀ। ਪਟਨਾ ਬੇਟਾ ਜਿਹੜਾ ਬਿਹਾਰ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਤਾਂ ਨਾਲੰਦਾ ਉਸ ਸਮੇਂ ਬਿਹਾਰ ਦੇ ਵਿੱਚ ਸੀ, 40 ਕਿਲੋਮੀਟਰ ਦੂਰ ਪਟਨਾ ਤੋਂ। ਇਸ ਵਿੱਚ 8500 ਵਿਦਿਆਰਥੀ ਅਤੇ 1500 ਅਧਿਆਪਕ ਸਨ। ਨਾਲੰਦਾ ਵਿਸ਼ਵ ਵਿਦਿਆਲੇ ਵਿੱਚ ਦਾਖਲਾ ਲੈਣਾ ਕੋਈ ਸੌਖਾ ਕੰਮ ਨਹੀਂ ਸੀ। ਇੱਥੇ ਗਣਿਤ, ਜੋਤਿਸ਼ ਸ਼ਾਸਤਰ, ਵਿਆਕਰਣ ਅਤੇ ਚਿਕਿਤਸਾ ਵਿਗਿਆਨ ਆਦਿ ਦੇ ਵਿਸ਼ੇ ਪੜ੍ਹਾਏ ਜਾਂਦੇ ਸਨ। ਅਗਲਾ ਬੇਟੇ ਮਹੱਤਵਪੂਰਨ ਪ੍ਰਸ਼ਨ, ਪੱਲਵ ਰਾਜ ਦੀ ਨੀਂਹ ਕਿਸ ਨੇ ਰੱਖੀ। ਇਸ ਵੰਸ਼ ਦਾ ਸਭ ਤੋਂ ਮਹੱਤਵਪੂਰਨ ਸ਼ਾਸਕ ਕੌਣ ਸੀ। ਪੱਲਵ ਰਾਜ ਦੱਖਣੀ ਭਾਰਤ ਦਾ ਇੱਕ ਸ਼ਕਤੀਸ਼ਾਲੀ ਰਾਜ ਸੀ। ਹਰਸ਼ਵਰਧਨ ਦੇ ਸਮੇਂ ਇਸ ਰਾਜ ਵਿੱਚ ਮਦਰਾਸ, ਤ੍ਰਿਚਨਾਪੱਲੀ, ਤੰਜੌਰ, ਅਰਕਾਟ ਦੇ ਪ੍ਰਦੇਸ਼ ਸ਼ਾਮਲ ਸਨ। ਕਾਂਚੀ ਉਸ ਦੀ ਰਾਜਧਾਨੀ ਸੀ। ਇਸ ਰਾਜ ਦੀ ਨੀਂਹ 550 ਈਸਵੀ ਵਿੱਚ ਸਿੰਘਵਰਮਨ ਨੇ ਰੱਖੀ ਸੀ। ਉਸ ਦੇ ਇੱਕ ਵਾਰਸ ਸਿੰਘ ਵਿਸ਼ਨੂੰ ਨੇ 30 ਸਾਲ ਤੱਕ ਸ਼ਾਸਨ ਕੀਤਾ ਅਤੇ ਪੱਲਵ ਰਾਜ ਨੂੰ ਮਜ਼ਬੂਤ ਕੀਤਾ। ਮਹੇਂਦਰਵਰਮਨ ਪੱਲਵ ਵੰਸ਼ ਦਾ ਸਭ ਤੋਂ ਮਹੱਤਵਪੂਰਨ ਸ਼ਾਸਕ ਸੀ। ਉਸ ਨੇ 600 ਈਸਵੀ ਤੋਂ 630 ਈਸਵੀ ਤੱਕ ਸ਼ਾਸਨ ਕੀਤਾ। ਉਹ ਹਰਸ਼ਵਰਧਨ ਦਾ ਸਮਕਾਲੀ ਸੀ ਅਤੇ ਉਸ ਦੀ ਤਰ੍ਹਾਂ ਇੱਕ ਉੱਚ ਕੋਟੀ ਦਾ ਨਾਟਕਕਾਰ ਤੇ ਕਵੀ ਸੀ। ਮਤ ਵਿਲਾਸ ਪ੍ਰਹਸਨ ਉਸ ਦਾ ਇੱਕ ਸਭ ਤੋਂ ਵਧੇਰੇ ਪ੍ਰਸਿੱਧ ਰਚਨਾ ਹੈ। ਮਹੇਂਦਰਵਰਮਨ ਪਹਿਲਾਂ ਜੈਨ ਧਰਮ ਵਿੱਚ ਵਿਸ਼ਵਾਸ ਰੱਖਦਾ ਸੀ, ਪਰ ਬਾਅਦ ਵਿੱਚ ਉਹ ਸ਼ੈਵ ਮਤ ਨੂੰ ਮੰਨਣ ਲੱਗਾ। ਉਸ ਦੇ ਸਮੇਂ ਵਿੱਚ ਮਹਾਬਲੀਪੁਰਮ ਵਿੱਚ ਅਨੇਕਾਂ ਸੁੰਦਰ ਮੰਦਰ ਬਣੇ। ਤਾਂ ਇਹ ਬੇਟੇ ਇਸ ਪਾਠ ਦੇ ਜਿਹੜੇ ਮਹੱਤਵਪੂਰਨ ਪ੍ਰਸ਼ਨ ਸੀ। ਅਗਲੇ ਆਪਾਂ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ਅਗਲੇ ਸੈਸ਼ਨ ਵਿੱਚ ਕਰਾਂਗੇ। ਥੈਂਕ ਯੂ ਵੈਰੀ ਮੱਚ।